गुड मॉर्निंग स्टूडेंट्स। अज आपां करना है आदर्श वार्तालाप दे गुण ਜਾਂ ਵਿਸ਼ੇਸ਼ਤਾਵਾਂ। ਤਾਂ ਮੌਖਿਕ ਪ੍ਰਗਟਾ ਕੀ ਹੈ? ਜਦੋਂ ਅਸੀਂ ਬੋਲਦੇ ਹਾਂ ਉਹ ਸਾਡਾ ਮੌਖਿਕ ਪ੍ਰਗਟਾ ਹੈ। ਤਾਂ ਇਹਦੇ ਲਈ ਕੁਝ ਕੁ ਵਿਸ਼ੇਸ਼ਤਾਵਾਂ ਨੇ, ਜਿਵੇਂ ਸ਼ੁੱਧਤਾ। ਜਦੋਂ ਅਸੀਂ ਬੋਲਦੇ ਹਾਂ ਸਾਡੇ ਵਿਚਾਰ ਸ਼ੁੱਧ ਹੋਣੇ ਚਾਹੀਦੇ ਨੇ, ਸਾਡੀਆਂ ਧੁਨੀਆਂ, ਭਾਸ਼ਾ, ਅਰਥ, ਵਾਕ ਨੇ ਜਿਹੜੇ ਉਹ ਸ਼ੁੱਧ ਹੋਣੇ ਚਾਹੀਦੇ ਨੇ। ਅਤੇ ਜਿਹੜੀ ਭਾਸ਼ਾ ਅਸੀਂ ਵਰਤਦੇ ਹਾਂ ਉਹ ਸਾਡੀ ਟਕਸਾਲੀ ਪੰਜਾਬੀ ਭਾਸ਼ਾ ਹੋਣੀ ਚਾਹੀਦੀ ਹੈ। ਟਕਸਾਲੀ ਪੰਜਾਬੀ ਭਾਸ਼ਾ ਦੀ ਜਿਹੜੀ ਮਾਨਤਾ ਮਿਲੀ ਹੈ ਉਹ ਮਾਝੀ ਭਾਸ਼ਾ ਨੂੰ ਮਿਲੀ ਹੈ। ਸਪਸ਼ਟਤਾ, ਸਾਡੀ ਬੋਲਚਾਲ ਦੇ ਵਿੱਚ ਸਪਸ਼ਟਤਾ ਹੋਣੀ ਚਾਹੀਦੀ ਹੈ। ਗੱਲ ਨੂੰ ਘੁਮਾ ਫਿਰਾ ਕੇ ਨਹੀਂ ਕਹਿਣਾ ਚਾਹੀਦਾ, ਸਗੋਂ ਅਸਲ ਦੇ ਵਿੱਚ ਜਿਹੜੀ ਗੱਲ ਅਸੀਂ ਕਹਿਣਾ ਚਾਹੁੰਦੇ ਹਾਂ ਉਹ ਸਪਸ਼ਟ ਤੌਰ 'ਤੇ ਕਹਿ ਦੇਣੀ ਚਾਹੀਦੀ ਹੈ। ਸੁਭਾਵਿਕਤਾ, ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਨਾਵਟੀਪਣ ਸਾਡੀ ਬੋਲਚਾਲ ਦੇ ਵਿੱਚ ਨਹੀਂ ਹੋਣਾ ਚਾਹੀਦਾ। ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ ਸਾਡੀ ਬੋਲਚਾਲ। ਮਧੁਰਤਾ, ਮਧੁਰਤਾ ਕੀ ਹੈ ਵੀ ਸਾਡੀ ਬਾਣੀ ਮਿੱਠੀ ਹੋਣੀ ਚਾਹੀਦੀ ਹੈ। ਸਾਡੇ ਜਿਹੜੇ ਵਾਕ ਨੇ ਉਹਨਾਂ ਦੇ ਵਿੱਚ ਰੁੱਖਾਪਣ ਨਹੀਂ ਹੋਣਾ ਚਾਹੀਦਾ। ਗਤੀਸ਼ੀਲਤਾ, ਬੋਲਣ ਸਮੇਂ ਭਾਸ਼ਾ ਵਿੱਚ ਉਚਿਤ ਗਤੀ ਅਤੇ ਪ੍ਰਵਾਹ ਹੋਣਾ ਚਾਹੀਦਾ। ਇਹ ਨਹੀਂ ਹੈਗਾ ਕਿ ਅਸੀਂ ਕਿਸੇ ਵਾਕ ਨੂੰ ਜਲਦੀ ਜਲਦੀ ਬੋਲ ਦਈਏ, ਕੋਈ ਸਮਝ ਹੀ ਨਾ ਆਵੇ। ਤਾਂ ਲੋੜ ਮੁਤਾਬਕ ਸਾਨੂੰ ਵਿਸ਼ਰਾਮ ਹੈ ਜਿਹੜਾ ਉੱਥੇ ਲੈਣਾ ਚਾਹੀਦਾ। ਅਤੇ ਇਹ ਵੀ ਨਹੀਂ ਹੈਗਾ ਕਿ ਅਸੀਂ ਕਿਸੇ ਚੀਜ਼ ਨੂੰ ਬਾਹਲੀ ਹੌਲੀ ਹੌਲੀ ਕਹੀਏ ਕਿ ਅੱਗੇ ਸੁਣਨ ਵਾਲਾ ਉਸ ਦੇ ਨਾਲ ਜਿਹੜਾ ਬੋਰਿੰਗ ਮਹਿਸੂਸ ਕਰੀਏ ਵੀ ਹਾਂ ਆਪਾਂ ਨੂੰ ਗੱਲ ਸਮਝ ਨਹੀਂ ਆ ਰਹੀ। ਮੌਕੇ ਅਨੁਸਾਰ, ਮੌਕੇ ਅਨੁਸਾਰ ਕੀ ਹੈ ਕਿ ਜਿਵੇਂ ਦਾ ਮਾਹੌਲ ਹੈ ਸਾਨੂੰ ਉਸ ਤਰ੍ਹਾਂ ਦੀ ਹੀ ਬੋਲਚਾਲ ਕਰਨੀ ਚਾਹੀਦੀ ਹੈ। ਇਹ ਨਹੀਂ ਕਿ ਅਸੀਂ ਗਏ ਕਿਸੇ ਖੁਸ਼ੀ ਦੇ ਸਮਾਗਮ ਦੇ ਵਿੱਚ ਅਤੇ ਉੱਥੇ ਜਾ ਕੇ ਰੋਣ ਲੱਗ ਜਾਈਏ, ਅਤੇ ਗਏ ਅਸੀਂ ਕੋਈ ਗਮੀ ਦੇ ਸਮਾਗਮ 'ਚ ਅਤੇ ਉੱਥੇ ਜਾ ਕੇ ਹੱਸਣ ਲੱਗ ਜਾਈਏ। ਤਾਂ ਉਸ ਤਰ੍ਹਾਂ ਦੇ ਮੌਕੇ ਦੇ ਅਨੁਸਾਰ ਸਾਡੀ ਜਿਹੜੀ ਬੋਲਚਾਲ ਹੈ ਉਹ ਹੋਣੀ ਚਾਹੀਦੀ ਹੈ। ਸਰਵਮਾਨਤਾ ਪ੍ਰਭਾਵਿਤ ਭਾਸ਼ਾ ਦਾ ਪ੍ਰਯੋਗ ਹੋਣਾ ਚਾਹੀਦਾ। ਸੁਣਨ ਵਾਲੇ ਦੇ ਅਨੁਕੂਲ ਹੋਣੀ ਚਾਹੀਦੀ ਹੈ। ਸੁਸ਼ੀਲਤਾ ਹੋਣੀ ਚਾਹੀਦੀ ਹੈ। ਸਮਾਜਿਕ ਸਿਸ਼ਟਤਾ ਦਾ ਧਿਆਨ ਹਰ ਵਿਅਕਤੀ ਨੂੰ ਆਪਣੀ ਭਾਸ਼ਾ ਦੇ ਵਿੱਚ ਰੱਖਣਾ ਚਾਹੀਦਾ। ਇਹ ਨਹੀਂ ਕਿ ਉਸਦੀ ਜਿਹੜੀ ਭਾਸ਼ਾ ਹੈ ਤਾਂ ਉਹ ਭਾਸ਼ਾ ਉਸਦੀ ਸਹੀ ਹੋਣੀ ਚਾਹੀਦੀ ਹੈ, ਤਾਂ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਸ਼ਟਤਾ ਰਹਿਤ ਜਿਹੜੀ ਗੱਲ ਹੈ ਉਹ ਨਹੀਂ ਹੋਣੀ ਚਾਹੀਦੀ। ਮੰਤਵ ਪ੍ਰਾਪਤੀ, ਹਰ ਵਾਕ ਦੇ ਵਿੱਚ ਜਿਹੜਾ ਮੁੱਖ ਸ਼ਬਦ ਹੋਵੇ ਜਾਂ ਵਾਕੰਸ਼ ਹੋਵੇ ਉਸ 'ਤੇ ਸਾਨੂੰ ਜਿਹੜਾ ਜ਼ੋਰ ਦੇਣਾ ਚਾਹੀਦਾ। ਆਪਣੱਤ ਦੀ ਭਾਵਨਾ ਹੋਣੀ ਚਾਹੀਦੀ ਹੈ ਇਹਦੇ ਵਿੱਚ, ਅਤੇ ਉਚਾਰਨ ਦੀ ਸ਼ੁੱਧਤਾ ਅਤੇ ਸਪਸ਼ਟਤਾ ਹੋਣੀ ਚਾਹੀਦੀ ਹੈ। ਵਾਰਤਾਲਾਪ ਦੇ ਵਿੱਚ ਜਿਹੜੇ ਅਸੀਂ ਵਾਕ ਜਾਂ ਸ਼ਬਦ ਵਰਤਦੇ ਹਾਂ ਉਹ ਸ਼ੁੱਧ ਹੋਣੇ ਚਾਹੀਦੇ ਨੇ। ਤਾਂ ਇਸ ਦੇ ਲਈ ਜ਼ਰੂਰੀ ਹੈ ਕਿ ਇੱਕ ਅਧਿਆਪਕ ਹੈ ਜਿਹੜਾ ਉਹ ਵਿਦਿਆਰਥੀ ਨੂੰ ਵਿਆਕਰਨ ਦੇ ਨਿਯਮਾਂ ਤੋਂ ਜਾਣੂ ਕਰਵਾਵੇ। ਤਾਂ ਮੌਖਿਕ ਪ੍ਰਗਟਾਅ ਦੇ ਸਾਧਨ ਅਤੇ ਕਿਰਿਆਵਾਂ ਜਿਨ੍ਹਾਂ ਦੇ ਨਾਲ ਸਾਡੀ ਜਿਹੜੀ ਮੌਖਿਕ ਕਿਰਿਆ ਹੈ ਉਹ ਪ੍ਰਭਾਵਸ਼ਾਲੀ ਬਣ ਸਕਦੀ ਹੈ। ਤਾਂ ਸਭ ਤੋਂ ਪਹਿਲਾਂ ਆ ਗਏ ਵਾਰਤਾਲਾਪ। ਜਦੋਂ ਬੱਚਾ ਬੋਲਣਾ ਸਿੱਖਦਾ ਹੈ ਤਾਂ ਉਹ ਦੂਜਿਆਂ ਨਾਲ ਬੋਲ ਕੇ ਗੱਲਾਂ ਕਰਕੇ ਆਨੰਦ ਪ੍ਰਾਪਤ ਕਰਦਾ ਹੈ, ਤਾਂ ਆਪਣੀਆਂ ਲੋੜਾਂ ਦੱਸ ਕੇ ਉਹਨਾਂ ਨੂੰ ਪੂਰੀਆਂ ਕਰਦਾ ਅਤੇ ਉਹ ਖੁਸ਼ ਹੁੰਦਾ ਹੈ। ਤਾਂ ਇਸ ਤਰ੍ਹਾਂ ਇੱਕ ਛੋਟਾ ਬੱਚਾ ਜਦੋਂ ਵੱਡਾ ਹੁੰਦਾ ਹੈ ਤਾਂ ਉਹ ਆਪਣੇ ਆਲੇ ਦੁਆਲੇ ਦੇ ਵਿੱਚ ਵਿਚਰਦਾ ਹੈ, ਅਤੇ ਆਲੇ ਦੁਆਲੇ ਦੇ ਵਿੱਚ ਵਿਚਰ ਕੇ ਉਹ ਆਪਣੇ ਗਲੀ ਗੁਆਂਢ ਦੇ ਬੱਚਿਆਂ ਦੇ ਨਾਲ ਬੋਲਣਾ ਸਿੱਖਦਾ ਹੈ, ਤਾਂ ਉਹਨਾਂ ਦੀਆਂ ਗੱਲਾਂ ਸਮਝਦਾ ਹੈ ਅਤੇ ਉਹਨਾਂ ਨੂੰ ਉਹ ਆਪਣੀਆਂ ਗੱਲਾਂ ਸੁਣਾਉਂਦਾ। ਤਾਂ ਇਸ ਤਰ੍ਹਾਂ ਵਾਰਤਾਲਾਪ ਦੇ ਰਾਹੀਂ ਉਸ ਦੇ ਰਾਹੀਂ ਜਿਹੜਾ ਸ਼ੁੱਧ ਬੋਲਚਾਲ ਦੀ ਜਿਹੜੀ ਪ੍ਰਕਿਰਿਆ ਹੈ ਉਸ ਦਾ ਵਿਕਾਸ ਹੁੰਦਾ ਹੈ। ਸੁਤੰਤਰ ਸਵੈ ਪ੍ਰਗਟਾਵੇ ਦੇ ਮੌਕੇ, ਸੁਤੰਤਰ ਸਵੈ ਪ੍ਰਗਟਾਵੇ ਦੇ ਮੌਕੇ ਕਿਵੇਂ ਕਿ ਸ਼੍ਰੇਣੀ ਵਿੱਚ ਬੱਚਿਆਂ ਨੂੰ ਵਾਰਤਾਲਾਪ ਦੀ ਸੁਤੰਤਰਤਾ ਪ੍ਰਦਾਨ ਕਰਨੀ ਚਾਹੀਦੀ ਹੈ। ਪਾਠ ਵਿਸ਼ਾ ਪੜ੍ਹਾਉਂਦੇ ਵਿਚਕਾਰ ਵਿੱਚ ਬੱਚਿਆਂ ਨੂੰ ਵਾਰਤਾਲਾਪ ਦਾ ਮੌਕਾ ਦੇਣਾ ਜ਼ਰੂਰੀ ਹੈ, ਕਿ ਬੱਚੇ ਨੂੰ ਵੀ ਮੌਕਾ ਦੇਣਾ ਚਾਹੀਦਾ ਕਿ ਉਹ ਲੈਕਚਰ ਸਟੈਂਡ 'ਤੇ ਆ ਕੇ ਕੁਛ ਬੋਲੇ, ਜਿਸ ਦੇ ਨਾਲ ਉਸ ਦੇ ਅੰਦਰ ਜਿਹੜਾ ਹੈਗਾ ਉਹ ਸਵੈ ਪ੍ਰਗਟਾਅ ਦੀ ਜਿਹੜੀ ਵਿਵਸਥਾ ਹੈ ਉਸ ਦਾ ਜਿਹੜਾ ਵਿਕਾਸ ਹੁੰਦਾ ਹੈ। ਹਫ਼ਤੇ ਵਿੱਚ ਇੱਕ ਪੀਰੀਅਡ ਵਾਰਤਾਲਾਪ ਦੇ ਲਈ ਵਿਸ਼ੇਸ਼ ਕਹਿੰਦੇ ਰੱਖਣਾ ਚਾਹੀਦਾ ਹੈ। ਵਾਰਤਾਲਾਪ ਕਰਦੇ ਸਮੇਂ ਬੱਚੇ ਦੀਆਂ ਅਸ਼ੁੱਧੀਆਂ ਨੂੰ ਮਨੋਵਿਗਿਆਨਕ ਢੰਗ ਨਾਲ ਸ਼ੁੱਧ ਕੀਤਾ ਜਾਵੇ। ਵਾਰਤਾਲਾਪ ਨੂੰ ਵਿਚਕਾਰ ਵਿੱਚ ਰੋਕ ਕੇ ਅਸ਼ੁੱਧੀਆਂ ਠੀਕ ਨਹੀਂ ਕਰਨੀਆਂ ਚਾਹੀਦੀਆਂ। ਦੇਖੋ, ਇੱਕ ਭਾਸ਼ਾ ਅਧਿਆਪਕ ਦਾ ਇਹ ਫਰਜ਼ ਹੈ ਕਿ ਜਦੋਂ ਕਿਸੇ ਬੱਚੇ ਦੇ ਵਿਚਾਰਾਂ ਦੇ ਵਿੱਚ ਕੋਈ ਅਸ਼ੁੱਧਤਾ ਹੈ ਤਾਂ ਉਸ ਬੱਚੇ ਨੂੰ ਵਿਚਕਾਰੋਂ ਨਾ ਰੋਕਿਆ ਜਾਵੇ, ਸਗੋਂ ਉਸ ਦੀ ਗੱਲ ਪੂਰੀ ਹੋਣ 'ਤੇ ਉਸ ਨੂੰ ਸਮਝਾਇਆ ਜਾਵੇ ਕਿ ਤੇਰਾ ਇਹ ਸ਼ਬਦ, ਇਹ ਵਾਕ ਇੱਥੇ ਗਲਤ ਸੀ।
ਤਾਂ ਬੱਚਿਆਂ ਦੀ ਵਾਰਤਾਲਾਪ ਦਾ ਪੱਧਰ ਉਹਨਾਂ ਦੀ ਮਾਨਸਿਕ ਅਵਸਥਾ ਅਤੇ ਰੁਚੀ ਦੇ ਤਜਰਬੇ ਦੇ ਅਨੁਸਾਰ ਹੋਣਾ ਚਾਹੀਦਾ ਹੈ। ਅਧਿਆਪਕ ਕਈ ਵਾਰੀ ਬੱਚਿਆਂ ਦੀ ਵਾਰਤਾਲਾਪ ਦਾ ਮੁਕਾਬਲਾ ਵੱਡਿਆਂ ਨਾਲ ਕਰਨ ਲੱਗ ਜਾਂਦੇ ਨੇ, ਇਹ ਗੱਲ ਠੀਕ ਨਹੀਂ। ਦੇਖੋ ਇੱਕ ਛੋਟਾ ਬੱਚਾ ਹੈ ਤਾਂ ਉਸ ਨੂੰ ਟੌਪਿਕ ਵੀ ਉਸੇ ਤਰ੍ਹਾਂ ਦਾ ਹੀ ਦੇਣਾ ਚਾਹੀਦਾ, ਇਹ ਨਹੀਂ ਕਿ ਉਸ ਦੀ ਸਮਝ ਤੋਂ ਬਾਹਰ ਹੋਵੇ। ਤਾਂ ਬੱਚੇ ਦੀ ਜਿਹੜੀ ਮਨੋਵਿਗਿਆਨਿਕ ਯੋਗਤਾ ਹੈ ਉਹਨੂੰ ਮੁੱਖ ਰੱਖ ਕੇ ਹੀ ਅਧਿਆਪਕ ਨੂੰ ਜਿਹੜੇ ਵਾਰਤਾਲਾਪ ਨੇ ਉਹ ਕਰਾਉਣੇ ਚਾਹੀਦੇ ਨੇ। ਵਾਦ ਵਿਵਾਦ ਦੇ ਵਿੱਚ ਕੀ ਹੈ ਕਿ ਦੋ ਧਿਰਾਂ ਨੇ ਇੱਕ ਕਿਸੇ ਟੌਪਿਕ ਨੂੰ ਲੈ ਕੇ ਇੱਕ ਉਸਦੇ ਪੱਖ ਅਤੇ ਦੂਸਰੀ ਉਸਦੇ ਵਿਪੱਖ ਦੇ ਵਿੱਚ ਜਿਹੜੀ ਵਾਰਤਾਲਾਪ ਹੁੰਦੀ ਹੈ ਤਾਂ ਉਸ ਨੂੰ ਕਹਿੰਦੇ ਨੇ ਵਾਦ ਵਿਵਾਦ। ਤਾਂ ਇਸ ਵਾਦ ਵਿਵਾਦ ਦੇ ਨਾਲ ਬੱਚੇ ਦੇ ਅੰਦਰ ਉਸ ਤਰ੍ਹਾਂ ਦੀ ਜਿਹੜੀ ਮੌਖਿਕ ਪ੍ਰਗਟਾਅ ਦੀ ਯੋਗਤਾ ਹੈ ਉਸ ਦਾ ਵਿਕਾਸ ਹੁੰਦਾ ਹੈ। ਤਾਂ ਕਹਿੰਦੇ ਸਕੂਲ ਦੇ ਵਿੱਚ ਹਰ ਮਹੀਨੇ ਸ਼੍ਰੇਣੀਆਂ ਵਿਚਕਾਰ ਜਾਂ ਸਕੂਲਾਂ ਵਿਚਕਾਰ ਵਿਵਾਦ ਦਾ ਪ੍ਰਤੀਯੋਗਤਾ ਦਾ ਆਯੋਜਨ ਕਰਨਾ ਚਾਹੀਦਾ ਹੈ। ਤਾਂ ਵਾਦ ਵਿਵਾਦ ਦਾ ਵਿਸ਼ਾ ਵਿਦਿਆਰਥੀਆਂ ਦੇ ਬੌਧਿਕ ਅਤੇ ਮਨੋਵਿਗਿਆਨਿਕ ਦੇ ਅਨੁਕੂਲ ਹੋਣਾ ਚਾਹੀਦਾ ਹੈ। ਜੇਕਰ ਵਾਦ ਵਿਵਾਦ ਦਾ ਵਿਸ਼ਾ ਨਿਰਧਾਰਤ ਪਾਠ ਪੁਸਤਕਾਂ ਦਿੱਤੇ ਗਏ ਵਿਸ਼ਿਆਂ ਨਾਲ ਸੰਬੰਧਿਤ ਹੋਵੇ ਤਾਂ ਇਸ ਦਾ ਲਾਭ ਹੋ ਸਕਦਾ ਹੈ, ਕਿਉਂਕਿ ਅਜਿਹੇ ਵਿਸ਼ੇ ਪ੍ਰਤੀ ਵਿਦਿਆਰਥੀ ਦੀ ਰੁਚੀ ਨੂੰ ਉਤਸ਼ਾਹਿਤ ਕਰਨਾ ਸੌਖਾ ਹੋ ਜਾਂਦਾ ਹੈ ਅਤੇ ਇਸ ਦੇ ਨਾਲ ਉਹ ਚੀਜ਼ ਵਿਦਿਆਰਥੀ ਦੀ ਜਲਦੀ ਜਿਹੜੀ ਯਾਦ ਹੈ ਉਹ ਹੋ ਜਾਂਦੀ ਹੈ। ਵਾਦ ਵਿਵਾਦ ਦੀ ਤਿਆਰੀ ਲਈ ਵਿਦਿਆਰਥੀ ਨੂੰ ਲੋੜੀਂਦਾ ਸਮਾਂ ਦੇਣਾ ਚਾਹੀਦਾ, ਜਿਸ ਦੇ ਨਾਲ ਉਹ ਆਪਣਾ ਵਿਕਾਸ ਬੋਲਣ ਦਾ ਜਿਹੜਾ ਅਭਿਆਸ ਹੈ ਉਹ ਕਰ ਸਕਣ। ਵਾਦ ਵਿਵਾਦ ਦਾ ਵਿਸ਼ਾ ਅਜਿਹਾ ਹੋਣਾ ਚਾਹੀਦਾ ਜੋ ਰੌਚਕ ਹੋਵੇ ਅਤੇ ਜਿਸ ਦੇ ਨਾਲ ਉਹਨਾਂ ਨੂੰ ਕੁਝ ਸੇਧ ਵੀ ਮਿਲੇ। ਵਿਸ਼ੇ ਦੀ ਚੋਣ ਉਪਰੰਤ ਵਾਦ ਵਿਵਾਦ ਦੀ ਮਿਤੀ, ਸਮਾਂ, ਥਾਂ ਅਤੇ ਇਸ ਵਿਸ਼ੇ ਦੀ ਘੋਸ਼ਣਾ ਕਰਨੀ ਚਾਹੀਦੀ ਹੈ। ਵਾਦ ਵਿਵਾਦ ਸਮੇਂ 2-3 ਅਧਿਆਪਕਾਂ ਨੂੰ ਜੱਜ ਨਿਯੁਕਤ ਕਰਨਾ ਚਾਹੀਦਾ ਹੈ ਅਤੇ ਪੱਖ ਵਿੱਚ ਬੋਲਣ ਪਿੱਛੋਂ ਅਤੇ ਵਿਰੋਧ ਵਿੱਚ ਬੋਲਣ ਵਾਲੇ ਦੀ ਵਾਰੀ ਆਉਣੀ ਚਾਹੀਦੀ ਹੈ। ਹਰ ਵਕਤਾ ਨੂੰ ਜਿਹੜਾ 4-5 ਮਿੰਟ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਤਾਂ ਕਿ ਉਹ ਆਪਣੀ ਗੱਲ ਨੂੰ ਸਹੀ ਅਰਥਾਂ ਦੇ ਵਿੱਚ ਉੱਥੇ ਬਿਆਨ ਕਰ ਸਕੇ। ਵਾਦ ਵਿਵਾਦ ਦਾ ਹਿੱਸਾ ਲੈਣ ਵਾਲੇ ਵਿਦਿਆਰਥੀ ਉਹਨਾਂ ਦੇ ਸਹਿਯੋਗੀਆਂ ਅਤੇ ਸਰੋਤਿਆਂ ਦੇ ਬੈਠਣ ਲਈ ਯੋਗ ਵਿਵਸਥਾ ਹੋਣੀ ਚਾਹੀਦੀ ਹੈ। ਤਾਂ ਹਰੇਕ ਵਿਅਕਤੀ ਨੇ ਆਪਣੇ ਵਿਰੋਧੀ ਤਰਕ ਕੱਟਣਾ ਹੁੰਦਾ ਅਤੇ ਆਪਣਾ ਸਥਾਪਿਤ ਕਰਨਾ ਹੁੰਦਾ, ਇਸ ਲਈ ਵਾਦ ਵਿਵਾਦ ਪ੍ਰਤੀਯੋਗਤਾ ਕਾਫੀ ਰੌਚਕ ਹੁੰਦੀ ਹੈ। ਤਾਂ ਅਧਿਆਪਕ ਨੂੰ ਚਾਹੀਦਾ ਹੈ ਤਾਂ ਇਸ ਤਰ੍ਹਾਂ ਜਿਹੜੇ ਵਾਦ ਵਿਵਾਦ ਦੇ ਮੌਕੇ ਨੇ ਉਹ ਕਲਾਸ ਦੇ ਵਿੱਚ ਵਿਦਿਆਰਥੀਆਂ ਦੇ ਲਈ ਪੈਦਾ ਕਰਨੇ ਚਾਹੀਦੇ ਹਨ। ਤਾਂ ਜਿਹੜਾ ਭਾਸ਼ਣ ਹੈ ਉਹ ਮੌਖਿਕ ਪ੍ਰਗਟਾਅ ਦਾ ਇੱਕ ਬਹੁਤ ਵਧੀਆ ਸਾਧਨ ਹੈ, ਜਿਸ ਦੇ ਰਾਹੀਂ ਜਿਹੜਾ ਬੱਚਾ ਹੈ ਉਹ ਸਵੈ ਪ੍ਰਗਟਾਵੇ ਦਾ ਜਿਹੜਾ ਵਿਕਾਸ ਕਰ ਸਕਦਾ ਹੈ ਅਤੇ ਇਸ ਦੇ ਨਾਲ ਉਸ ਦੇ ਅੰਦਰ ਇੱਕ ਚੰਗਾ ਬੁਲਾਰਾ ਬਣਨ ਦੀ ਭਾਵਨਾ ਹੈ ਜਿਹੜੀ ਉਹ ਪੈਦਾ ਹੁੰਦੀ ਹੈ। ਤਾਂ ਉਸ ਦਾ ਇਹ ਭਾਸ਼ਣ ਹੈ ਜਿਹੜਾ ਉਹ ਸ਼ੁੱਧ ਹੋਣਾ ਚਾਹੀਦਾ ਹੈ, ਇਸ ਦਾ ਵਿਸ਼ਾ ਰੌਚਕ ਹੋਣਾ ਚਾਹੀਦਾ, ਉਸ ਦੀ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਅਤੇ ਨਾਲ ਦੀ ਨਾਲ ਜਿਹੜੀ ਉਸ ਦੀ ਭਾਸ਼ਾ ਸ਼ੁੱਧ, ਸਰਲ ਅਤੇ ਸਪਸ਼ਟ ਅਤੇ ਭਾਸ਼ਣ ਦੇ ਪਿੱਛੋਂ ਜੇਕਰ ਵਿਦਿਆਰਥੀਆਂ ਨੂੰ ਪ੍ਰਸ਼ਨ ਪੁੱਛਣ ਦੀ ਆਗਿਆ ਦਿੱਤੀ ਜਾਵੇ ਤਾਂ ਇਸ ਦੀ ਜਿਹੜੀ ਭਾਸ਼ਣ ਦੀ ਉਪਯੋਗਤਾ ਹੈ ਹੋਰ ਵੀ ਵੱਧ ਜਾਂਦੀ ਹੈ। ਕਹਾਣੀ ਸੁਣਾਉਣਾ, ਤਾਂ ਛੋਟੇ ਬੱਚੇ ਕਹਾਣੀਆਂ ਦੇ ਵਿੱਚ ਬਹੁਤ ਇੰਟਰਸਟ ਰੱਖਦੇ ਨੇ, ਤਾਂ ਇਸ ਤਰ੍ਹਾਂ ਉਹਨਾਂ ਨੂੰ ਕਹਾਣੀਆਂ ਦੇ ਨਾਲ ਸੰਬੰਧਿਤ ਜਦੋਂ ਅਧਿਆਪਕ ਬੱਚਿਆਂ ਨੂੰ ਕਹਾਣੀਆਂ ਪੜ੍ਹਾ ਰਿਹਾ ਹੈ ਜਾਂ ਉਹਨਾਂ ਤੋਂ ਕਹਾਣੀਆਂ ਸੁਣ ਰਿਹਾ ਹੈ ਤਾਂ ਉਸ ਤਰ੍ਹਾਂ ਨਾਲ ਵੀ ਉਹਨਾਂ ਦਾ ਜਿਹੜਾ ਮੌਖਿਕ ਪ੍ਰਗਟਾਅ ਦਾ ਵਿਕਾਸ ਕਾਫੀ ਹੁੰਦਾ ਹੈ। ਨਾਟਕ ਅਤੇ ਅਭਿਨੈ, ਤਾਂ ਇਸ ਦੇ ਰਾਹੀਂ ਉਹ ਉਚਿਤ ਤਿਆਰੀ ਨਾਲ ਇਹਨਾਂ ਸੰਵਾਦਾਂ ਨੂੰ ਦਰਸ਼ਕਾਂ ਸਾਹਮਣੇ ਬੋਲਣਾ ਸਿੱਖਦੇ ਨੇ। ਤਾਂ ਦੇਖੋ ਉਸ ਦੇ ਵਿੱਚ ਨਾਟਕ ਦੇ ਵਿੱਚ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਵਾਰਤਾਲਾਪ ਬੋਲਣੇ ਹੁੰਦੇ ਨੇ, ਤਾਂ ਜਦੋਂ ਉਹ ਵਾਰਤਾਲਾਪ ਨੇ ਜਿਹੜੇ ਇੱਕ ਮੰਚ 'ਤੇ ਆ ਕੇ ਬੱਚਾ ਬੋਲਦਾ ਹੈ ਤਾਂ ਉਸ ਦੇ ਰਾਹੀਂ ਉਸ ਦਾ ਜਿਹੜਾ ਮੌਖਿਕ ਪ੍ਰਗਟਾਅ ਦਾ ਵਿਕਾਸ ਹੁੰਦਾ ਹੈ। ਸੰਵਾਦ ਪਾਠ, ਪ੍ਰਸ਼ਨ ਉੱਤਰ ਵਿਧੀ, ਵਿਸ਼ੇ ਨੂੰ ਪੜ੍ਹਾਉਂਦੇ ਸਮੇਂ ਵਿੱਚ ਪ੍ਰਸ਼ਨ ਕੀਤੇ ਜਾਣੇ ਚਾਹੀਦੇ। ਤਾਂ ਇੱਕ ਅਧਿਆਪਕ ਦਾ ਫਰਜ਼ ਹੈ ਕਿ ਜਦੋਂ ਉਹ ਪੜ੍ਹਾ ਰਿਹਾ ਹੈ ਤਾਂ ਉਸ ਟੌਪਿਕ ਦੇ ਨਾਲ ਸੰਬੰਧਿਤ ਵਿਚਕਾਰ ਹੀ ਬੱਚਿਆਂ ਨੂੰ ਕੁਐਸਚਨ ਪੁੱਛੇ ਜਾਣ ਅਤੇ ਜਿਸ ਦੇ ਨਾਲ ਉਹਨਾਂ ਦੀ ਜਿਹੜੀ ਸਮਝ ਸ਼ਕਤੀ ਹੈ ਅਤੇ ਨਾਲ ਹੀ ਉਹਨਾਂ ਦੀ ਜਿਹੜੀ ਮੌਖਿਕ ਪ੍ਰਗਟਾਅ ਦੀ ਯੋਗਤਾ ਹੈ ਉਸ ਦਾ ਵਿਕਾਸ ਹੋਵੇ। ਕਵਿਤਾ ਅਤੇ ਗਦ ਪਾਠ, ਕਵਿਤਾ ਪਾਠ ਅਤੇ ਗਦ ਪਾਠ, ਕਵਿਤਾ ਪਾਠ ਅਤੇ ਗਦ ਹੁੰਦੀ ਹੈ ਵਾਰਤਕ। ਤਾਂ ਵਿਦਿਆਰਥੀਆਂ ਦੀ ਗੱਲਬਾਤ ਸ਼ਕਤੀ ਨੂੰ ਵਿਕਸਿਤ ਕੀਤਾ ਜਾ ਸਕਦਾ। ਜਵਾਨੀ ਕਵਿਤਾ ਯਾਦ ਕਰਕੇ ਬੱਚਿਆਂ ਨੂੰ ਕਿਸੇ ਸਮਾਗਮ ਦੇ ਵਿੱਚ ਸੁਣਾਉਣ ਲਈ ਕਿਹਾ ਜਾ ਸਕਦਾ ਹੈ। ਉੱਚੀ ਪਾਠ, ਉੱਚੀ ਪਾਠ ਦੇ ਦੁਆਰਾ ਜਦੋਂ ਬੱਚੇ ਪੜ੍ਹਦੇ ਨੇ ਤਾਂ ਉਹਨਾਂ ਦੇ ਅੰਦਰ ਜਿਹੜੀ ਕਿਸੇ ਵੀ ਤਰ੍ਹਾਂ ਦੀ ਕੋਈ ਝਿਜਕ ਹੁੰਦੀ ਹੈ ਉਸ ਨੂੰ ਦੂਰ ਕੀਤਾ ਜਾ ਸਕਦਾ ਹੈ। ਅੰਤਰਾਕਸ਼ੀ ਪ੍ਰਤੀਯੋਗਤਾ, ਇਹ ਛੋਟੇ ਬੱਚਿਆਂ ਦੇ ਇੱਕ ਹੈ ਕਿ ਆਪਾਂ
ਪ੍ਰਤੀਯੋਗਤਾ ਦੇ ਅੰਤਰਗਤ ਬੱਚਿਆਂ ਨੂੰ 2 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਇੱਕ ਪਾਸੇ ਕੋਈ ਪ੍ਰਤੀਯੋਗ ਕੋਈ ਕਵਿਤਾ ਗੀਤ ਨੂੰ ਦੋਹੇ ਨੂੰ ਬੋਲਦਾ ਹੈ, ਜਿਸ ਅੱਖਰ 'ਤੇ ਉਹ ਖਤਮ ਹੁੰਦਾ ਹੈ ਅਤੇ ਉਸ ਤੋਂ ਬਾਅਦ ਜਿਹੜੀ ਦੂਜੀ ਧਿਰ ਹੈ ਉਹ ਵੀ ਉਸੇ ਅੱਖਰ ਤੋਂ ਸਟਾਰਟ ਕਰਦੀ ਹੈ। ਸਮੂਹਿਕ ਚਰਚਾ ਪੈਨਲ ਡਿਸਕਸ਼ਨ ਦੇ ਵਿੱਚ ਸਾਰਿਆਂ ਨੂੰ ਜਿਹੜੀ ਬੋਲਣ ਦੀ ਮਾਨਤਾ ਦਿੱਤੀ ਜਾਂਦੀ ਹੈ, ਤਾਂ ਸਾਰੇ ਹੀ ਕਿਸੇ ਵਿਸ਼ੇ ਨੂੰ ਲੈ ਕੇ ਉਸ ਦੇ ਉੱਤੇ ਡਿਸਕਸ ਕਰਦੇ ਨੇ। ਬਾਲ ਸਭਾ ਕੀ ਹੈ? ਅਸੈਂਬਲੀ, ਜਿਸ ਦੇ ਵਿੱਚ ਜਦੋਂ ਪ੍ਰਾਰਥਨਾ ਸਭਾ ਹੁੰਦੀ ਹੈ ਤਾਂ ਉਸ ਸਮੇਂ ਛੋਟੇ ਵਿਦਿਆਰਥੀਆਂ ਨੂੰ ਅੱਗੇ ਆ ਕੇ ਕੁਝ ਭਾਸ਼ਣ ਜਾਂ ਕੋਈ ਵੀ ਟੌਪਿਕ ਦਿੱਤਾ ਜਾਂਦਾ ਜਿਸ 'ਤੇ ਬੱਚਾ ਆ ਕੇ ਬੋਲਦਾ ਹੈ, ਜਿਸ ਦੇ ਨਾਲ ਉਸਦਾ ਕਾਫੀ ਜਿਹੜਾ ਮੌਖਿਕ ਪ੍ਰਗਟਾਅ ਦਾ ਵਿਕਾਸ ਹੁੰਦਾ ਹੈ। ਉਸ ਤੋਂ ਅੱਗੇ ਆ ਗਿਆ ਸਵੇਰ ਸਭਾ। ਸਵੇਰ ਸਭਾ ਦੇ ਵਿੱਚ ਵੀ ਵਿਦਿਆਰਥੀ ਨੂੰ ਕੁਛ ਨਾ ਕੁਛ ਬੋਲਣ ਦੇ ਲਈ ਜਿਹੜੇ ਮੌਕੇ ਪ੍ਰਦਾਨ ਕੀਤੇ ਜਾਂਦੇ ਨੇ। ਤਾਂ ਇਸ ਤਰ੍ਹਾਂ ਹੀ ਬਹੁਤ ਸਾਰੀਆਂ ਕਿਰਿਆਵਾਂ ਨੇ ਜਿਸ ਦੇ ਨਾਲ ਵਿਦਿਆਰਥੀ ਦੇ ਅੰਦਰ ਜਿਹੜੀ ਮੌਖਿਕ ਪ੍ਰਗਟਾਅ ਦੀ ਯੋਗਤਾ ਦਾ ਵਿਕਾਸ ਹੁੰਦਾ ਹੈ। ਥੈਂਕ ਯੂ।